श्री अकाल जी, स्वागत करते हैं साढ़े सारे दर्शकों का गूंजा सिख विरसे ਦੀਆਂ ਸਾਡੀ खास पेशकश ਦੇ ਵਿੱਚ। इस खास पेशकश ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਵੀ ਕੰਮ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹਾਂ। ਸੋ ਬੀਤੇ ਹਫਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹੜੇ ਕੰਮ ਕੀਤੇ ਗਏ पूरी खबर तो नज़र पावांगे। शुरुआत करते हैं खास पेशकश की जिसका नाम है गूंजा सिख विरसे ਦੀਆਂ। दिल्ली सिख गुरुद्वारा प्रबंधक कमेटी ਦੀਆਂ ਚੋਣਾਂ ਮੁਲਤਵੀ ਹੋ ਗਈਆਂ ਸੀਗੀਆਂ ਤੇ ਹੁਣ ਨਵੀਂ ਤਰੀਕ ਵੀ ਆ ਗਈ ਹੈ। ਜੀ ਹਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 22 ਅਗਸਤ ਨੂੰ ਹੋਣ ਜਾ ਰਹੀ ਹੈ, ਜਿਸ ਦੀ ਜਾਣਕਾਰੀ ਦਿੱਤੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ। ਦਿੱਲੀ ਦੇ ਸਿੱਖਾਂ ਦੀ ਬਹੁਤ ਵੱਡੀ ਜਿੱਤ ਹੋਈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਚੁਣਾਵ ਜਿਹੜਾ ਕਿ ਬਾਰ-ਬਾਰ ਵਿਰੋਧੀਆਂ ਵੱਲੋਂ ਰੋਕਿਆ ਜਾ ਰਿਹਾ ਸੀ ਸਾਜ਼ਿਸ਼ਾਂ ਦੇ ਤਹਿਤ, ਕਿਉਂਕਿ ਉਹਨਾਂ ਨੂੰ ਪਤਾ ਸੀ ਦਿੱਲੀ ਦੇ ਸਿੱਖਾਂ ਦਾ ਮੂਡ ਕੀ ਆ। ਕਦੀ ਉਹਨੂੰ ਬਾਲਾ ਸਾਹਿਬ ਹਸਪੀਟਲ ਜਿਹੜਾ ਸਾਡਾ 125 ਬੈੱਡ ਦਾ ਹਸਪੀਟਲ ਬਣ ਰਿਹਾ ਉਹਦੇ ਨਾਮ ਤੇ ਸ਼ਿਕਾਇਤਾਂ ਕਰਕੇ ਰੋਕਿਆ ਜਾ ਰਿਹਾ ਸੀ, ਕਦੀ ਰਾਗੀ ਢਾਡੀ ਜਾਂ ਜਿਹੜੇ ਸਾਡੇ ਕੋਵਿਡ ਅੰਦਰ ਪਰਿਵਾਰ ਜਿਨ੍ਹਾਂ ਦਾ ਨੁਕਸਾਨ ਹੋ ਗਿਆ, ਜਿਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਰਥਿਕ ਤੌਰ ਤੇ ਉਹਨਾਂ ਦੀ ਮਦਦ ਕਰੀ, ਉਹਨਾਂ ਦੇ ਨਾਮ ਦੇ ਉੱਤੇ ਸ਼ਿਕਾਇਤਾਂ ਕਰਕੇ ਰੋਕਿਆ ਜਾ ਰਿਹਾ ਸੀ। ਪਰ ਬਹੁਤ ਵੱਡੀ ਜਿੱਤ ਉਦੋਂ ਹੀ ਜਦੋਂ ਅੱਜ ਸਾਡੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਏ ਕੇਸ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਪਾਏ ਕੇਸ ਤੇ ਜੱਜ ਸਾਹਿਬ ਨੇ ਜਿਹਨੂੰ ਦਿੱਲੀ ਸਰਕਾਰ ਨੂੰ ਪੁੱਛਿਆ, ਝਾੜ ਲਗਾਈ ਤੇ ਉਹਨਾਂ ਨੇ ਕਿਹਾ ਕਿ ਅਸੀਂ 22 ਅਗਸਤ ਤੱਕ ਇਹ ਚੁਣਾਵ ਨੂੰ ਕਰਾ ਦੇਵਾਂਗੇ। ਹੁਣ 22 ਅਗਸਤ ਚੁਣਾਵ ਦੀ ਡੇਟ ਫਿਕਸ ਹੋਈ ਆ ਔਰ ਹੁਣ ਇੱਥੇ ਕੋਰਟ ਨੇ ਮੋਹਰ ਲਗਾ ਦਿੱਤੀ ਆ। ਅਸੀਂ ਸੰਗਤ ਨੂੰ ਇਹ ਵਿਸ਼ਵਾਸ ਦਵਾਇਆ ਸੀ ਕਿ ਹਰ ਸੂਰਤ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਸਦਕੇ ਇਸੇ ਮਹੀਨੇ ਫੈਸਲਾ ਲੈ ਕੇ ਆਵਾਂਗੇ ਕੋਰਟ 'ਚ ਕੇਸ ਪਾ ਕੇ। ਸਾਰੀਆਂ ਅੜਚਨਾਂ ਦੇ ਬਾਵਜੂਦ ਵਿਰੋਧੀਆਂ ਦਾ ਇਹ ਜਿਹੜੇ ਸਾਰੇ ਤਰੀਕੇ ਸੀ ਇਹ ਪਸਤ ਹੋਏ ਨੇ ਔਰ ਕੌਮ ਦੀ ਜਿੱਤ ਹੋਈ ਆ। ਔਰ ਇਸੇ ਤਰ੍ਹਾਂ ਸਾਨੂੰ ਯਕੀਨ ਆ ਕਿ 22 ਤਰੀਕ ਨੂੰ ਵੀ ਆਪ ਸੰਗਤਾਂ ਦੇ ਆਸ਼ੀਰਵਾਦ ਸਦਕੇ ਫਿਰ ਇੱਕ ਵਾਰ ਬਹੁਤ ਵੱਡੀ ਜਿੱਤ ਹੋਊਗੀ। ਇਲੈਕਸ਼ਨ 22 ਤਰੀਕ ਨੂੰ ਹੁਣ ਨਿਸ਼ਚਿਤ ਆ ਔਰ ਜਿਹੜੇ ਲੋਕ ਇਹਨੂੰ ਅੜੰਗੇ ਪਾਉਂਦੇ ਸੀਗੇ ਉਹਨਾਂ ਦੀ ਬਹੁਤ ਵੱਡੀ ਹਾਰ ਹੋਈ ਆ। ਤੇ ਉਧਰ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਸੰਗਤ ਸਾਡੇ ਕੰਮਾਂ ਨੂੰ ਦੇਖਦੇ ਹੋਏ ਮੁੜ ਸਾਨੂੰ ਮੌਕਾ ਦੇਵੇਗੀ ਤੇ ਅਸੀਂ ਵਾਪਸ ਆ ਕੇ ਕਮੇਟੀ ਬਣਾ ਕੇ ਸੰਗਤ ਦੀ ਸੇਵਾ ਮੁੜ ਤੋਂ ਕਰਾਂਗੇ। ਆਉਣ ਵਾਲੀ 22 ਅਗਸਤ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਚੋਣ ਹੋਣ ਜਾ ਰਹੀ ਹੈ। ਮੇਰੇ ਨਾਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ। ਉਹਨਾਂ ਨਾਲ ਗੱਲ ਕਰਦੇ ਹਾਂ। ਕਾਲਕਾ ਸਾਹਿਬ, ਜਿਹਦੀ ਲੰਮੇ ਟਾਈਮ ਤੋਂ ਇੱਕ ਉਡੀਕ ਸੀ ਕਿ ਇਲੈਕਸ਼ਨ ਹੋਣੀ ਚਾਹੀਦੀ, ਲੰਬੀ ਮੰਗ ਸੀ, ਹੁਣ ਹੋਣ ਜਾ ਰਹੀ ਹੈ, ਫਾਈਨਲੀ ਇਹ ਤੈਅ ਹੋ ਗਿਆ। ਬਿਲਕੁਲ, ਜਿਸ ਤਰੀਕੇ ਦੇ ਨਾਲ ਇਲੈਕਸ਼ਨ ਚੱਲ ਰਹੀ ਸੀ ਕੰਟੀਨਿਊਸ ਪ੍ਰੋਸੈਸ ਦੇ ਵਿੱਚ 25 ਅਪ੍ਰੈਲ ਨੂੰ ਇਲੈਕਸ਼ਨ ਖਤਮ ਹੋਣੀ ਸੀ, ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਟਰਮ ਹੈ ਇਹ ਮਾਰਚ ਦੇ ਵਿੱਚ ਖਤਮ ਹੋਈ ਔਰ ਅਸੀਂ ਸਰਕਾਰ ਨੂੰ ਲਿਖ ਕੇ ਦਿੱਤਾ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਅਸੀਂ ਕਾਬਜ਼ ਉਸ 'ਤੇ ਸੇਵਾ ਨਿਭਾ ਰਹੇ ਹਾਂ। ਸੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਸਮੇਂ ਸਿਰ ਚੋਣਾਂ ਕਰਾਈਆਂ ਔਰ ਚੋਣਾਂ ਹੁੰਦੇ ਹੋਏ ਜਿਹੜੀ ਇਹ ਕੋਵਿਡ ਦੀ ਮਹਾਮਾਰੀ ਕਰਕੇ ਇੱਕਦਮ ਚੋਣਾਂ ਸਥਗਿਤ ਕਰਤੀਆਂ ਗਈਆਂ ਔਰ ਉਹਨਾਂ ਨੂੰ ਪੋਸਟਪੋਨ ਕਰਦਾ ਗਿਆ। ਸਰਕਾਰ ਦੀ ਨੀਅਤ ਸੀ ਪਹਿਲੇ ਵੀ ਇਲੈਕਸ਼ਨ ਕਰਾਉਣ ਦੀ, ਮਗਰ ਜਿਹੜੇ ਸਾਡੇ ਵਿਰੋਧੀ ਧਿਰ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾ ਕੇ ਜਿਹੜੇ ਕੰਨ ਭਰਦੇ ਰਹੇ ਆ, ਕਿਸੇ ਤਰੀਕੇ ਦੇ ਨਾਲ ਕੋਸ਼ਿਸ਼ ਕਰਦੇ ਰਹੇ ਹੈ ਕਿ ਇਲੈਕਸ਼ਨਾਂ ਅੱਗੇ ਚਲੇ ਜਾਣ, ਤਾਂ ਕਿ ਕਿਉਂਕਿ ਉਹਨਾਂ ਨੂੰ ਪਿਛਲੀ ਇਲੈਕਸ਼ਨ ਵਿੱਚ ਆਪਣਾ ਰਿਜ਼ਲਟ ਨਜ਼ਰ ਆ ਰਿਹਾ ਸੀ। ਸੋ ਉਹਨਾਂ ਦੇ ਕੀ ਮਨਸੂਬੇ ਸੀ, ਇਸ ਕਰਕੇ ਸਾਨੂੰ ਕੋਰਟ ਦੇ ਵਿੱਚ ਮੂਵ ਹੋਣਾ ਪਿਆ ਔਰ ਕੋਰਟ ਦੇ ਵਿੱਚ ਐਪਲੀਕੇਸ਼ਨ ਜਿਸ ਵਕਤ ਲੱਗੀ ਔਰ ਕਿਉਂਕਿ ਸਾਰਾ ਕੁਝ ਖੁੱਲ ਗਿਆ, ਮਾਹੌਲ ਹੁਣ ਪਹਿਲੇ ਨਾਲ ਬਹੁਤ ਵਧੀਆ ਹੋ ਗਿਆ। ਦਿੱਲੀ ਦੇ ਵਿੱਚ ਤਕਰੀਬਨ 40-45 ਕੇਸਿਸ ਸਿਰਫ ਰਹਿ ਗਏ। ਸੋ ਕੋਰਟ ਨੇ ਬਿਲਕੁਲ ਹਿਦਾਇਤ ਦਿੱਤੀ ਕਿ ਦਿੱਲੀ ਸਰਕਾਰ ਨੂੰ ਕਿ ਤੁਸੀਂ ਇਹ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ, ਤਾਂ ਉਹਨਾਂ ਨੂੰ ਉੱਥੇ ਐਫੀਡੇਵਿਟ ਦੇਣਾ ਪਿਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਹੈ ਜਿਹੜੀ 22 ਤਰੀਕ ਨੂੰ 22 ਅਗਸਤ ਨੂੰ ਕਰਾਉਣ ਜਾ ਰਹੇ ਹਾਂ। ਭਾਈ, ਕਿਵੇਂ ਦੇਖਦੇ ਹੋ ਹੁਣ, ਕਿਉਂਕਿ ਅਪ੍ਰੈਲ 'ਚ ਜਦੋਂ ਹੋਣੀ ਸੀ ਤੁਹਾਡੀਆਂ ਤਿਆਰੀਆਂ ਕਾਫੀ ਮੁਕੰਮਲ ਸਨ, ਤੁਸੀਂ ਲੋਕ ਬਹੁਤ ਜ਼ਿਆਦਾ ਆਪਣੇ ਪ੍ਰਚਾਰ 'ਚ ਲੱਗੇ ਹੋਏ ਸੀ। ਹੁਣ ਕਿਉਂਕਿ 22 ਅਗਸਤ ਹੋਣੀ ਹੈ, ਮੈਂ ਕਹਾਂ ਮਹੀਨਾ ਵੀ ਪੂਰਾ ਨਹੀਂ ਰਹਿ ਗਿਆ, ਕਿਵੇਂ ਹੁਣ ਤਿਆਰੀ ਹੈ? ਦੇਖੋ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕੰਮ ਹੈ ਨਾ, ਉਹ ਲੋਕਾਂ ਦੇ ਵਿੱਚ ਜਿਹੜਾ ਤੁਸੀਂ ਵਿਚਰਦੇ ਹੋ, ਜੋ ਤੁਸੀਂ ਸੇਵਾ ਕਰਦੇ ਹੋ, ਇਹੀ ਤੁਹਾਡਾ ਕੰਮ ਹੈ। ਗੁਰਦੁਆਰਾ ਕਮੇਟੀ ਦੇ ਜਿਹੜੇ ਮਕਸਦ ਨੇ ਔਰ ਜਿਹੜੇ ਕਮਿਊਨਿਟੀ ਦੇ ਮਕਸਦ ਨੇ, ਪਿਛਲੇ 2 ਮਹੀਨਿਆਂ ਤੋਂ ਜਦ ਅਪ੍ਰੈਲ ਲਾਕਡਾਊਨ ਲੱਗਦਾ ਹੈ, ਕੋਈ 22 ਤਰੀਕ ਨੂੰ 25 ਦੀ ਸਾਡੀ ਇਲੈਕਸ਼ਨ ਸੀ, 19 ਜਾਂ 20 ਤਰੀਕ ਨੂੰ ਇਹ ਲਾਕਡਾਊਨ ਲੱਗਦਾ ਹੈ ਔਰ 9 ਤਰੀਕ ਨੂੰ ਅਸੀਂ ਜਾ ਕੇ ਕੋਵਿਡ ਕੇਅਰ ਸੈਂਟਰ ਸ਼ੁਰੂ ਕਰਦੇ ਹਾਂ 400 ਸਾਲਾ ਬੈੱਡ ਦਾ। ਮੈਂ ਸਮਝਦਾ ਕਿ ਜਿਸ ਵਕਤ ਲੋਕ ਘਰੋਂ ਨਹੀਂ ਨਿਕਲਦੇ ਸੀ, ਲੋਕ ਤਰਾਈ ਕਰ ਰਹੇ ਸੀ, ਇੱਕ ਦੂਜੇ ਤੋਂ ਭੱਜਦੇ ਸੀ, ਮੌਤ ਦਾ ਤਾਂਡਵ ਪੂਰੀ ਦਿੱਲੀ ਸ਼ਹਿਰ 'ਚ ਹੋ ਰਿਹਾ ਸੀ, ਉਸ ਵਕਤ ਸਾਡੀ ਟੀਮ ਨੇ ਜਾ ਕੇ ਘਰੋਂ ਨਿਕਲ ਕੇ ਲਾਕਡਾਊਨ ਦੇ ਟਾਈਮ ਦੇ ਵਿੱਚ 400 ਬੈੱਡ ਦਾ ਜਿਹੜਾ ਕੋਵਿਡ ਕੇਅਰ ਸੈਂਟਰ ਸ਼ੁਰੂ ਕੀਤਾ। ਉਹ ਲਾਕਡਾਊਨ ਸਮੇਂ ਦੇ ਵਿੱਚ ਜਿਸ ਵਕਤ ਸਭ ਦੁਕਾਨਾਂ ਵੀ ਬੰਦ ਸੀ, ਫੈਕਟਰੀਜ਼ ਵੀ ਬੰਦ ਸੀ, ਅਰੇਂਜਮੈਂਟਸ ਕਰਨੇ ਬੜੇ ਔਖੇ ਸੀ, ਬਾਹਰੋਂ ਸਮਾਨ ਆਉਣਾ ਬੜਾ ਔਖਾ ਸੀ, ਜਿਹੜੇ ਆਕਸੀਜਨ ਕੰਸਨਟ੍ਰੇਟਰਸ ਦੀ ਮੇਨ ਲੋੜ ਸੀ। ਦਿੱਲੀ ਸਰਕਾਰ ਦੇ ਨਾਲ ਉਹਨਾਂ ਨੂੰ ਰਿਕੁਐਸਟ ਕਰਕੇ ਕਿ ਸਾਡੇ ਨਾਲ ਸਹਿਯੋਗ ਕੀਤਾ ਔਰ ਜਿਹੜੇ ਹਸਪੀਟਲ ਦੇ ਵਿੱਚ ਟਾਈ ਅਪ ਕੀਤਾ। ਮੈਂ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਇਸ ਕਮੇਟੀ ਨੇ ਨਿਭਾਈ ਔਰ ਉਸ ਤੋਂ ਬਾਅਦ ਕਿਉਂਕਿ ਇਹ ਥਰਡ ਵੇਵ ਦੀ ਗੱਲ ਜਿਹੜੀ ਕਰ ਰਹੇ ਉਹਨੂੰ ਦੇਖਦੇ ਹੋਏ ਬਾਲਾ ਸਾਹਿਬ ਹਸਪੀਟਲ ਸ਼ੁਰੂ ਕੀਤਾ
ਔਰ ਸਾਨੂੰ ਅਸੀਂ ਟਾਰਗੇਟ ਲੈ ਕੇ ਚੱਲੇ ਕਿ 60 ਦਿਨਾਂ ਦੇ ਵਿੱਚ ਹਸਪੀਟਲ ਸ਼ੁਰੂ ਕਰਾਂਗੇ। ਸੋ ਇਹ ਕਾਰਜ ਜਿਹੜੇ 2 ਮਹੀਨੇ ਦੇ ਵਿੱਚ ਹੋਏ ਨੇ, ਦੁਨੀਆ ਦੇ ਵਿੱਚ ਇਹਦੀ ਮਿਸਾਲ ਗਈ ਹੈ। ਸੋ ਮੈਂ ਔਰ ਜਿੱਥੇ ਮਿਸਾਲ ਕੰਮਾਂ ਦੀ ਜਾਂਦੀ ਹੈ, ਉਹਦੇ ਨਾਲ ਨਾਲ ਜਿਹੜੀ ਕੌਮ ਦੀ ਵਿਪਤਾ ਆਈ, ਜਿਹੜੀ ਸਾਡੀ ਬੱਚਿਆਂ ਨੂੰ ਕਸ਼ਮੀਰ ਦੇ ਵਿੱਚ ਦੂਜੇ ਧਰਮ ਦੇ ਬੰਦੇ ਲੈ ਕੇ ਜਾ ਰਹੇ ਸੀ, ਉਹਨੂੰ ਛੁਡਾਉਣ ਨੂੰ ਅਸੀਂ ਜਿਹੜੀ ਹਿੱਲਾ ਮਾਰਿਆ ਔਰ ਇੱਥੇ ਲਿਆ ਕੇ ਉਹਨੂੰ ਬੱਚਿਆਂ ਨੂੰ ਅਸੀਂ ਆਪਣੇ ਕੋਲ ਰੱਖਿਆ। ਜਿਸ ਤਰੀਕੇ ਦੇ ਨਾਲ ਕਿਸਾਨ ਭਰਾਵਾਂ ਦਾ ਜਿਹੜਾ ਗੋਲਡਨ ਹੱਟ ਦਾ ਹੋਇਆ ਇਸ਼ੂ, ਕੋਈ ਵੀ ਐਸਾ ਇਸ਼ੂ ਪਿਛਲੇ 3 ਮਹੀਨਿਆਂ ਦੇ ਵਿੱਚ ਹੋਇਆ ਹੋਇਆ ਜਿਹੜੀ ਕੌਮ ਦੇ ਲਈ, ਤੁਸੀਂ ਦੇਖਿਆ ਹਜ਼ੂਰ ਸਾਹਿਬ ਦੇ ਬਾਰੇ ਵੀ ਅਗਰ ਅਸੀਂ ਗੱਲ ਕਰੀਏ, ਸਾਡੇ ਕੌਮ ਦੇ ਬੱਚੇ ਨੇ ਜਿਹੜੇ ਉੱਥੇ ਅਰੈਸਟ ਹੋਏ ਨੇ ਕਿਉਂਕਿ ਬੇਗੁਨਾਹ ਬੰਦੇ ਅਰੈਸਟ ਹੋਏ ਨੇ। ਸਾਰੀ ਜਗ੍ਹਾ ਦੇ ਉੱਤੇ ਕਮੇਟੀ ਨੇ ਆਪਣਾ ਫਰਜ਼ ਪੂਰੇ ਕੀਤੇ ਨੇ ਕੌਮ ਦੀ ਲੜਾਈ ਬਾਰੇ ਜਾਂ ਕੌਮ ਦੀ ਸੇਵਾ ਬਾਰੇ। ਵਿਰੋਧੀ ਤੁਹਾਡੇ ਤੇ ਬੜੇ ਸਵਾਲ ਚੁੱਕਦੇ ਨੇ ਜਦੋਂ ਤੁਸੀਂ ਇਹ ਗੱਲਾਂ ਕਰਦੇ ਹੋ ਨਾ ਕਿਸਾਨ ਦੀ, ਹਜ਼ੂਰ ਸਾਹਿਬ ਦੀ, ਉਹ ਕਹਿੰਦੇ ਨੇ ਕਿ ਗੁਰੂ ਘਰਾਂ ਦੀ ਸੇਵਾ ਸੰਭਾਲ ਦਿੱਤੀ ਸੀ, ਇਹ ਆਪਣਾ ਏਜੰਡਾ ਲੈ ਕੇ ਚੱਲ ਪਏ ਨੇ ਦੇ ਉੱਤੇ। ਦੇਖੋ ਇਹੀ ਤੇ ਮਿਸਕਨਸੈਪਸ਼ਨ ਲੋਕਾਂ ਦੇ ਮਾਈਂਡ 'ਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਥੇਬੰਦੀ ਹੈ। ਸਿੱਖ ਨੂੰ ਚੁਣ ਕੇ ਭੇਜਦੇ ਨੇ ਔਰ ਸਿੱਖ ਇਸ ਵਾਸਤੇ ਚੁਣ ਕੇ ਭੇਜਦੇ ਨੇ ਕਿ ਉਹਨਾਂ ਦੇ ਉੱਤੇ ਤਸ਼ੱਦਦ ਢਾਈ ਜਾਏ ਤੇ ਕਮਿਊਨਿਟੀ ਖੜੀ ਹੋਏ ਔਰ ਗੁਰਦੁਆਰਾ ਕਮੇਟੀ ਸਾਡੀ ਖੜੀ ਹੋਏ। ਇਹ ਪ੍ਰਬੰਧ ਕਿਉਂਕਿ ਸਰਨਾ ਸਾਹਿਬ ਦੇ ਸਮੇਂ ਤੋਂ ਜਿਸ ਵਕਤ ਇਹ ਪਹਿਲੇ ਵੀ ਹੁੰਦਾ ਸੀ, ਸਾਰੀ ਲੀਡਰਸ਼ਿਪ ਹਾ ਦਾ ਨਾਰਾ ਮਾਰਦੀ ਸੀ ਅਗਰ ਕਿਧਰੇ ਕੁਝ ਹੋਏ, ਮਗਰ ਸਰਨਾ ਸਾਹਿਬ ਨੇ ਇੱਕ ਐਸਾ ਮਾਹੌਲ ਬਣਾ ਦਿੱਤਾ ਸੀ ਦਿੱਲੀ ਦੇ ਵਿੱਚ, ਉਹ ਸਿਰਫ ਤੇ ਸਿਰਫ ਕਾਂਗਰਸ ਦੀ ਚਾਕਰੀ ਕਰਨ ਤੱਕ ਆਪਣੇ ਆਪ ਨੂੰ ਸਮਝਦੇ ਸੀ। ਔਰ ਤੁਸੀਂ ਦੇਖਿਆ ਉਸ ਵਕਤ ਵੀ ਸਟੇਜਾਂ ਤੇ ਕਹਿੰਦੇ ਸੀ ਕਿ ਤੁਸੀਂ 1984 ਭੁੱਲ ਜਾਓ। ਜੇ ਸ਼੍ਰੋਮਣੀ ਅਕਾਲੀ ਦਲ ਨੇ 84 ਦੀ ਲੜਾਈ ਭੁੱਲ ਗਏ ਹੁੰਦੇ ਤੇ ਅੱਜ ਮੈਨੂੰ ਲੱਗਦਾ ਕਿ ਸ਼ਾਇਦ ਸੱਜਣ ਕੁਮਾਰ ਵਰਗੇ ਫਰੀ ਘੁੰਮ ਰਹੇ ਹੁੰਦੇ। ਸੋ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਕੌਮ ਤੇ ਜਦ ਵੀ ਪੀੜਾ ਪਏਗੀ ਅਸੀਂ ਉਹਦੇ ਲਈ ਖੜੇ ਹੋਵਾਂਗੇ ਔਰ ਇੱਕ ਗੁਰਦੁਆਰਾ ਕਮੇਟੀ ਦਾ ਔਰ ਸਿੱਖ ਲੀਡਰਸ਼ਿਪ ਦੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਕਮਿਊਨਿਟੀ ਲਈ ਖੜੇ ਹੋਈਏ। ਕਰੋਨਾ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਕਿ ਗਾਈਡਲਾਈਨਸ ਫੋਲੋ ਕਰਨੀਆਂ ਨੇ, ਤੁਸੀਂ ਲੋਕ ਕੋਈ ਖਾਸ ਇਹਤਿਆਤ ਵਰਤ ਰਹੇ ਹੋ ਉਸ ਨੂੰ ਲੈ ਕੇ? ਦੇਖੋ ਹਲੇ ਤੇ ਨਾ ਪ੍ਰਚਾਰ ਸ਼ੁਰੂ ਹੋਇਆ ਤੇ ਨਾ ਹੀ ਕੋਈ ਗਾਈਡਲਾਈਨਸ ਆਈਆਂ ਨੇ, ਕਿਉਂਕਿ ਮੈਨੂੰ ਲੱਗਦਾ ਕਿ ਨੋਟੀਫਿਕੇਸ਼ਨ ਜਿਹੜੀ ਕੱਢਣਗੇ ਉਹ ਬਕਾਇਦਾ ਉਹਦੀ 14-15 ਦਿਨ ਦਾ ਸਮਾਂ ਹੀ ਦੇਣਗੇ। ਮਗਰ ਅਸੀਂ ਚੋਣ ਪ੍ਰੋਸੈਸ ਦੀ ਚਾਹ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ, ਉਹਦੇ ਵਿੱਚ ਅਸੀਂ ਕਰ ਰਹੇ ਹਾਂ ਔਰ ਜਿੱਥੇ ਇਹਤਿਆਤ ਵਰਤਣ ਦੀ ਗੱਲ ਹੈ ਬਿਲਕੁਲ ਕੀਤਾ ਜਾਂਦਾ ਹੈ। ਇਹਤਿਆਤ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਹਲੇ ਪਬਲਿਕ ਮੀਟਿੰਗ ਸ਼ੁਰੂ ਨਹੀਂ ਹੋਈਆਂ, ਬਟ ਜਿੱਥੇ ਕੀਰਤਨ ਦਰਬਾਰ ਹੋ ਰਹੇ ਨੇ, ਜਿੱਥੇ ਗੁਰੂ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੋ ਰਹੇ ਨੇ, ਉੱਥੇ ਸਾਰਿਆਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਸੋਸ਼ਲ ਡਿਸਟੈਂਸ ਮੇਨਟੇਨ ਕੀਤਾ ਜਾਵੇ। ਮਾਡਲ ਕੋਡ ਆਫ ਕੰਡਕਟ ਦੀ ਗੱਲ ਕੀਤੀ ਹੈ, ਉਸ ਨੂੰ ਲੈ ਕੇ ਬੜੇ ਸਵਾਲ ਚੁੱਕੇ ਗਏ ਕਿ ਕੋਡ ਆਫ ਕੰਡਕਟ ਲੱਗਾ ਸੀ ਤਾਂ ਤੁਸੀਂ ਲੋਕ ਕਮੇਟੀ ਵਾਲਾ ਗੁਰਦੁਆਰੇ ਜਿਹੜਾ ਪੈਸਾ ਸੀ ਗੋ ਲੱਗਦਾ ਉਹਦੇ ਨਾਲ ਤੁਸੀਂ ਹਸਪਤਾਲ ਬਣਾ ਰਹੇ ਹੋ। ਬੜੇ ਸਾਰੇ ਆਰੋਪ ਉਸ ਚੀਜ਼ ਨੂੰ ਲੈ ਕੇ ਲੱਗਦੇ ਨੇ। ਤੁਹਾਨੂੰ ਲੱਗਦਾ ਹੈ ਕਿ ਜਦੋਂ ਕੌਮ ਦੀ ਗੱਲ ਆਵੇ, ਸਮਾਜ ਦੀ ਗੱਲ ਆਵੇ, ਉਦੋਂ ਇਹਨਾਂ ਚੀਜ਼ਾਂ ਨੂੰ ਦਰਕਨਾਰ ਕਰ ਦੇਣਾ ਚਾਹੀਦਾ? ਦੇਖੋ ਬਿਲਕੁਲ ਕਰਨਾ ਚਾਹੀਦਾ, ਇਹ ਆਪਣੀ ਆਪਣੀ ਸੋਚ ਹੈ। ਕੋਵਿਡ ਦੀ ਜਿਹੜੀ ਇਹ ਮਹਾਮਾਰੀ ਆਈ ਹੈ, ਇਹ ਕਿਸੇ ਨੂੰ ਦੱਸ ਕੇ ਨਹੀਂ ਆਈ, ਕੋਈ ਬੂਆ ਖੜਕਾ ਕੇ ਨਹੀਂ ਆਈ ਕਿ ਮੈਂ ਆ ਰਹੀ ਹਾਂ। ਔਰ ਇਹ ਜਿਸ ਵਕਤ ਇਹ ਹਾਲਾਤ ਪੈਦਾ ਹੋਏ ਦਿੱਲੀ ਸ਼ਹਿਰ ਦੇ ਵਿੱਚ ਖਾਸ ਤੌਰ ਤੇ, ਕਿਆ ਅਸੀਂ ਲੋਕਾਂ ਦੀ ਜਾਨ ਬਚਾਉਣਾ ਸਾਡਾ ਫਰਜ਼ ਨਹੀਂ ਸੀ? ਅਸੀਂ ਉਸ ਵਕਤ ਦੇਖਦੇ ਰਹੀਏ ਕਿ ਇਹ ਕੋਡ ਆਫ ਕੰਡਕਟ ਲੱਗਿਆ ਜੀ, ਅਸੀਂ ਕਿ ਗੁਰੂ ਘਰ ਦੇ ਵਿੱਚ ਮੀਟਿੰਗ ਬੁਲਾਵਾਂਗੇ, ਕੰਮ ਕਰਾਂਗੇ। ਜਿਹੜੇ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਸੀ, ਸਾਡੇ ਮੈਂਬਰਸ ਕਈ ਬਿਮਾਰ ਹੋ ਗਏ ਉਸ ਸਮੇਂ ਦੇ ਵਿੱਚ, ਇਲੈਕਸ਼ਨ ਚੱਲਦੇ ਦੇ ਵਿੱਚ, ਮਗਰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋ ਕੰਮ ਕੀਤਾ ਔਰ ਕਮਿਊਨਿਟੀ ਨੇ ਇਹਦੀ ਸਰਾਹਨਾ ਕੀਤੀ ਹੈ। ਇਹ ਪਬਲਿਕ ਨੇ, ਇਹ ਜਿਹੜੇ ਆਪੋਜੀਸ਼ਨ 'ਚ ਬੈਠੇ ਲੋਕ, ਇਹਨਾਂ ਨੂੰ ਹੋਰ ਕੋਈ ਇਸ ਵਕਤ ਮੁੱਦਾ ਨਹੀਂ ਹੈ। ਉਹ ਸਿਰਫ ਤੇ ਸਿਰਫ ਇੰਨੀ ਗੱਲਾਂ ਦੇ ਉੱਤੇ ਜੀ ਕਿ ਗੋਲਕ ਦੀ ਦੁਰਵਰਤੋਂ ਹੋ ਗਈ, ਇਹਨਾਂ ਦੇ ਕਹਿਣ ਨਾਲ ਦੁਰਵਰਤੋਂ ਨਹੀਂ ਹੋਏਗੀ, ਸਾਬਿਤ ਕਰਨ ਕਿੱਥੇ ਦੁਰਵਰਤੋਂ ਹੋਈ ਹੈ। ਇੱਕ ਪੈਸਾ ਜਿਹੜਾ ਔਨ ਰਿਕਾਰਡਸ ਹੈਗਾ ਔਰ ਜਿਹੜਾ ਆਇਆ ਔਰ ਜਿਹੜਾ ਖਰਚਾ ਹੋਇਆ, ਔਰ ਦੁਨੀਆ ਨੇ ਅਥਾਹ ਪਿਆਰ ਦਿੰਦੇ ਹੋਏ ਸੇਵਾ ਦਿੱਤੀ ਹੈ। ਮੈਂ ਸਮਝਦਾ ਕਿ ਜਿੰਨੀ ਕੁ ਸੇਵਾ ਇਸ ਸਮੇਂ ਦੇ ਵਿੱਚ 2 ਮਹੀਨੇ ਦੇ ਵਿੱਚ ਆਈ ਹੈ, ਸ਼ਾਇਦ ਹੀ ਗੁਰੂ ਘਰਾਂ ਦੇ ਵਿੱਚ ਕਦੀ ਆਈ ਹੋ, ਕਿਉਂਕਿ ਲੋਕਾਂ ਦੇ ਵਿੱਚ ਇੱਕ ਡਰ ਵੀ ਪੈ ਗਿਆ ਸੀ ਔਰ ਡਰ ਸਭ ਤੋਂ ਪਹਿਲੇ ਗੁਰੂ ਮਹਾਰਾਜ ਦੇ ਚਰਨਾਂ 'ਚ ਜੋੜਦਾ ਬੰਦੇ ਨੂੰ, ਔਰ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੀ ਜਿਸ ਤਰੀਕੇ ਦੇ ਨਾਲ ਖਾਲੀ ਸਿੱਖਾਂ ਨੇ ਨਹੀਂ, ਹੋਰ ਕਮਿਊਨਿਟੀਜ਼ ਦੇ ਲੋਕਾਂ ਨੇ ਵੀ ਸੇਵਾ ਕੀਤੀ ਹੈ ਔਰ ਉਸ ਸੇਵਾ ਦੇ ਨਾਲ ਇਹ ਜਿਹੜੇ ਕੰਮ ਚੱਲੇ ਨੇ, ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ। ਅਗਰ ਕੋਡ ਆਫ ਕੰਡਕਟ ਕਰਕੇ ਇਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਹੈ, ਕੋਰਟ 'ਚ ਚਲੇ ਜਾਣ, ਸਾਨੂੰ ਕੋਈ ਦਿੱਕਤ ਨਹੀਂ। ਮੇਰਾ ਆਖਰੀ ਸਵਾਲ, ਕਿਉਂਕਿ ਹੁਣ ਚੁਣਾਵ ਹੈਗਾ, ਕਿੰਨੀਆਂ ਸੀਟਾਂ ਹਰਮੀਤ ਸਿੰਘ ਕਾਲਕਾ ਦੇ ਰਹੇ ਨੇ ਬਤੌਰ ਪ੍ਰਧਾਨ, ਕਿਉਂਕਿ ਤੁਸੀਂ ਦਿੱਲੀ ਇਕਾਈ ਨੂੰ ਲੀਡ ਕਰਦੇ ਹੋ? ਦੇਖੋ ਮੈਂ ਤੇ ਆਪਣੀ ਛਾਲੀ ਦੀ ਛਾਲੀ ਸੀਟਾਂ ਦੇਵਾਂਗਾ, ਮਗਰ ਚੋਣ ਦੀ ਇੱਕ ਜੋ ਹਾਲਾਤ ਨੇ ਅੱਜ ਦੀ ਡੇਟ ਜੋ ਮਾਹੌਲ ਬਣਿਆ ਹੋਇਆ ਹੈ, 100% ਸੀਟਾਂ ਆਉਣੀਆਂ ਚਾਹੀਦੀਆਂ, ਮਗਰ ਇਹ ਇਲੈਕਸ਼ਨ ਮੈਨੇਜਮੈਂਟ ਦਾ ਕੰਮ ਵੀ ਹੁੰਦਾ। ਇਹ ਹੁਣ ਹਰ ਕੈਂਡੀਡੇਟ ਦੇ ਉੱਤੇ ਡਿਪੈਂਡ ਕਰਦਾ ਕਿ ਉਹ ਆਪਣੀ ਇਲੈਕਸ਼ਨ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਦਾ, ਸਾਡੇ ਕੀਤੇ ਹੋਏ 2 ਸਾਲਾਂ ਦੇ ਕੰਮਾਂ ਨੂੰ ਕਿਸ ਤਰੀਕੇ ਦੇ ਨਾਲ ਪਬਲਿਕ ਦੇ ਵਿੱਚ ਪ੍ਰੋਜੈਕਟ ਕਰਦਾ, ਇਹ ਕੈਂਡੀਡੇਟਸ ਉੱਤੇ ਡਿਪੈਂਡ ਕਰਦਾ। ਬਟ ਮੈਨੂੰ ਪੂਰੀ ਉਮੀਦ ਹੈ ਅਸੀਂ 40 ਤੋਂ ਉੱਤੇ ਸੀਟਾਂ ਜਿੱਤਾਂਗੇ। ਬਹੁਤ ਬਹੁਤ ਧੰਨਵਾਦ। ਇਹ ਸਨ ਸਾਡੇ ਨਾਲ ਹਰਮੀਤ ਸਿੰਘ ਕਾਲਕਾ। ਕੈਮਰਾਮੈਨ ਰਾਮ ਬਹਾਦਰ ਦੇ ਨਾਲ ਹਰਪ੍ਰੀਤ ਸਿੰਘ, PTC ਨਿਊਜ਼ ਦਿੱਲੀ। ਸੋ ਤੁਸੀਂ ਸੁਣਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਸੀਂ ਇਸ ਵਾਰ ਵੀ 40 ਤੋਂ ਵੱਧ ਸੀਟਾਂ ਜਿੱਤ ਕੇ ਕਮੇਟੀ ਬਣਾਵਾਂਗੇ। ਗੁੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਕਰੀਬਨ 4 ਮਹੀਨੇ ਪਹਿਲਾਂ ਡਾਇਗਨੋਸਟਿਕ ਸੈਂਟਰ ਖੋਲ੍ਹਿਆ ਗਿਆ ਸੀ ਦਿੱਲੀ ਦੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ, ਤੇ ਉਸ ਨੂੰ ਸਫਲਤਾ ਮਿਲੀ ਹੈ। ਜੀ ਹਾਂ, ਲਾਹਾ ਲਿਆ ਸੰਗਤ ਨੇ ਤੇ ਹੁਣ ਤਕਰੀਬਨ 5000 ਤੋਂ ਵੱਧ
ਟੈਸਟ ਹੋ ਚੁੱਕੇ ਨੇ MRI ਦੇ ਤੇ CT ਸਕੈਨ ਦੇ, ਜਿਸ ਦੀ ਜਾਣਕਾਰੀ ਦਿੱਤੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ। ਬੜੀ ਖੁਸ਼ੀ ਦੀ ਗੱਲ ਔਰ ਇੱਕ ਬੜੀ ਵੱਡੀ ਅਚੀਵਮੈਂਟ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਕਿ ਜੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਜ ਤੋਂ ਤਕਰੀਬਨ 4 ਮਹੀਨੇ ਪਹਿਲੇ ਮਾਰਚ ਦੇ ਮਹੀਨੇ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਵਿਖੇ MRI ਔਰ CT ਸਕੈਨ ਸ਼ੁਰੂ ਕੀਤਾ ਸੀ। 4 ਮਹੀਨਿਆਂ ਦੇ ਵਿੱਚ 5000 MRIs ਔਰ CT ਸਕੈਨ ਹੋਏ ਨੇ ਉੱਥੇ। ਅੱਜ ਜਿੱਥੇ 5000 ਦੀ ਫਿਗਰ ਕ੍ਰਾਸ ਕੀਤੀ ਹੈ, ਡਾਟਾ ਸਾਡੇ ਕੋਲ ਸਾਹਮਣੇ ਆਇਆ। ਅਸੀਂ ਇਸ ਕਰਕੇ ਸੰਗਤਾਂ ਨੂੰ ਦੱਸਣ ਵਾਸਤੇ ਕਿ ਇਹ ਉਹ MRI ਦੇ ਡਾਇਗਨੋਸਟਿਕ ਸੈਂਟਰ ਹੈ ਜਿੱਥੇ ਲੋਕ ਬੈਨੀਫਿਟ ਕਿੰਨਾ ਚੁੱਕ ਰਹੇ ਨੇ ਔਰ ਤਕਰੀਬਨ 1500 ਬੰਦਿਆਂ ਨੇ ਇਸ 4.5 ਮਹੀਨਿਆਂ ਦੇ ਵਿੱਚ 50 ਰੁਪਏ ਦੇ ਵਿੱਚ ਆਪਣੀ MRI ਕਰਾਈ ਹੈ। ਉਹ MRI ਜਿਹੜੀ ਬਾਜ਼ਾਰ ਦੇ ਵਿੱਚ 8 ਤੋਂ 10,000 ਰੁਪਏ ਦੇ ਵਿੱਚ ਹੁੰਦੀ ਹੈ, ਉਹਨੂੰ ਮਾਤਰ ਸਿਰਫ ਇੱਕ 50 ਰੁਪਏ ਦੀ ਜਿਹੜੀ ਪਰਚੀ ਕੱਟਦੀ ਹੈ ਸਾਡੀ, ਉਹਦੇ ਵਿੱਚ ਉਹਨਾਂ ਨੇ ਕਰਾਈ ਹੈ ਔਰ ਇਟ ਮੀਨਸ ਟੋਟਲ ਫ੍ਰੀ ਆਫ ਕਾਸਟ ਜਿਹੜੀ ਹੋਈ ਹੈ ਉਹ 8 ਤੋਂ 10,000 ਰੁਪਈਆ ਜਿਹੜਾ ਲੋਕ ਖਰਚਦੇ ਸੀ ਉਹਨਾਂ ਨੂੰ ਇਹ ਬੈਨੀਫਿਟ ਮਿਲਿਆ। ਕਿਉਂਕਿ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਗਿਆ ਸੀ। ਅਸੀਂ ਕੋਸ਼ਿਸ਼ ਕੀਤੀ ਸੀ ਕਿ ਕਿਸੇ ਕਿਸਮ ਦਾ ਜਿਹੜਾ ਖਰਚਾ ਹੈ ਇਹ ਸੰਗਤ ਦੇ ਉੱਪਰ ਨਾ ਪਵੇ, ਇਹ ਲੋਕ ਜਿਹੜੇ ਅਫੋਰਡ ਨਹੀਂ ਕਰਦੇ ਉਹਨਾਂ ਨੂੰ ਇਹਦਾ ਬੈਨੀਫਿਟ ਮਿਲ ਸਕੇ। ਇਸ ਕਰਕੇ ਜਿਹੜਾ MRI ਜਿਹੜੀ ਕੰਟਰਾਸਟ ਵਾਲੀ MRI ਹੁੰਦੀ ਹੈ ਜਿਹਦੇ ਵਿੱਚ ਤਕਰੀਬਨ 1001 ਰੁਪਏ ਦਾ ਬਾਜ਼ਾਰ ਹੈ, 1000 ਤੋਂ 1500 ਰੁਪਏ ਦੇ ਵਿੱਚ ਜਿਹੜੀ ਉਹਦਾ ਲਿਕੁਇਡ ਹੁੰਦਾ ਉਹਨੂੰ ਵੀ ਬਾਲਾ ਪ੍ਰੀਤਮ ਦਵਾਖਾਨੇ ਦੇ ਵਿੱਚ ਪ੍ਰੋਵਾਈਡ ਕੀਤਾ ਗਿਆ ਔਰ ਤਕਰੀਬਨ 600 ਤੋਂ ਲੈ ਕੇ 800 ਰੁਪਏ ਦੇ ਵਿੱਚ ਦੀ ਉਹ ਕੰਟਰਾਸਟ ਹੁੰਦੀ ਹੈ। ਉਹ MRI ਜਿਹੜੀ ਬਾਜ਼ਾਰ ਵਿੱਚ 15 ਤੋਂ 20,000 ਰੁਪਏ ਦੇ ਵਿੱਚ ਹੁੰਦੀ ਹੈ, ਉਹ 650 ਰੁਪਏ ਦੀ ਤੁਸੀਂ ਕਹਿ ਸਕਦੇ ਹੋ ਕਿ ਉਹ ਬੰਗਲਾ ਸਾਹਿਬ ਗੁਰਦੁਆਰੇ 'ਚ ਹੋ ਰਹੀ ਹੈ। ਸੋ ਅੱਜ ਇਸ ਗੱਲ ਦੀ ਜਿੱਥੇ ਮੈਂ ਖੁਸ਼ੀ ਹੈ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ, ਬੜੀ ਵੱਡੀ ਜ਼ਿੰਮੇਵਾਰੀ ਦੇ ਨਾਲ ਅਸੀਂ ਜਿਹੜਾ ਡਾਇਲਿਸਿਸ ਸੈਂਟਰ ਸ਼ੁਰੂ ਕੀਤਾ ਸੀ ਬੰਗਲਾ ਸਾਹਿਬ ਹਸਪੀਟਲ ਦੇ ਵਿੱਚ, ਉਹਦੇ ਵਿੱਚ ਜਿਸ ਕਿਸਮ ਦੇ ਨਾਲ ਹਜ਼ਾਰਾਂ ਬੰਦੇ ਆਪਣੇ ਡਾਇਲਿਸਿਸ ਕਰਾ ਰਹੇ ਨੇ ਜਿਹਦਾ ਬੈਨੀਫਿਟ ਮਿਲ ਰਿਹਾ ਹੈ, ਇਹ ਲਗਾਤਾਰ ਜਿਹੜੇ ਉਪਰਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਹੈ। ਮੈਡੀਕਲ ਲਾਈਨ ਨੂੰ ਲੈ ਕੇ ਬਾਲਾ ਪ੍ਰੀਤਮ ਦਵਾਖਾਨਾ ਸਭ ਤੋਂ ਪਹਿਲਾਂ ਸ਼ੁਰੂ ਕੀਤਾ ਗਿਆ, ਫਿਰ ਡਾਇਲਿਸਿਸ ਹਸਪੀਟਲ ਸ਼ੁਰੂ ਕੀਤਾ ਗਿਆ ਔਰ ਅੱਜ ਜਿਹੜੀ ਹੈ ਸਭ ਤੋਂ ਵੱਡੀ ਅਚੀਵਮੈਂਟ ਹੋਈ ਹੈ 5000 MRI ਜਿਹੜੀਆਂ 4.5 ਮਹੀਨਿਆਂ ਦੇ ਵਿੱਚ ਹੋਣਾ, ਮੈਂ ਸਮਝਦਾ ਬਹੁਤ ਵੱਡੀ ਅਚੀਵਮੈਂਟ ਹੈ। ਔਰ ਸਾਨੂੰ ਉਮੀਦ ਹੈ ਕਿ ਇਸੇ ਤਰੀਕੇ ਦੇ ਨਾਲ ਜੋ ਅਸੀਂ ਟੀਚਾ ਰੱਖਿਆ ਕਿ ਆਉਣ ਵਾਲੀ 7 ਜਾਂ 8 ਤਰੀਕ ਨੂੰ ਫਸਟ ਵੀਕ ਆਫ ਅਗਸਤ ਦੇ ਵਿੱਚ ਅਸੀਂ ਜਿਹੜਾ ਬਾਲਾ ਸਾਹਿਬ ਹਸਪੀਟਲ ਸ਼ੁਰੂ ਕਰਨ ਜਾ ਰਹੇ ਹਾਂ, ਗੁਰੂ ਹਰਕ੍ਰਿਸ਼ਨ ਹਸਪੀਟਲ 125 ਬੈੱਡ ਦਾ, ਜਿਹਨੂੰ ਕੋਵਿਡ ਵਾਸਤੇ ਪੂਰਾ ਪ੍ਰੋਪਰ ਤਿਆਰ ਕੀਤਾ ਗਿਆ ਕਿ ਅਗਲੀ ਵੇਵ ਦੇ ਆਉਣ ਤੋਂ ਪਹਿਲੇ ਉਹ ਕੀਤਾ ਜਾਏ। ਉਹਦੇ ਨਾਲ ਜਿਹੜੀ ਸਾਰੀਆਂ ਉਹਦੇ ਵਿੱਚ ਸੁਵਿਧਾਵਾਂ ਜਿੱਥੇ ਹੋ ਰਹੀਆਂ ਨੇ, ਜਿੱਥੇ ਉਹਦੀ OPD ਸ਼ੁਰੂ ਕੀਤਾ ਜਾ ਰਿਹਾ, ਆਪਰੇਸ਼ਨ ਥੀਏਟਰ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ICU ਉੱਥੇ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਮੈਨੂੰ ਲੱਗਦਾ ਹੈ ਕਿ ਜਿਸ ਕਿਸਮ ਦੀ ਜੋ ਸੁਵਿਧਾਵਾਂ ਦਿੱਲੀ ਕਮੇਟੀ ਨੇ ਸੰਗਤਾਂ ਨੂੰ ਦਿੱਤੀ ਹੈ ਉਹਦਾ ਬੈਨੀਫਿਟ ਵੀ ਸੰਗਤ ਉੱਥੇ ਲੈਣਗੇ, ਕਿਉਂਕਿ ਅਸੀਂ ਬਹੁਤ ਵੱਡੀ ਅਨਾਉਂਸਮੈਂਟ ਇੱਕ ਪਿੱਛੇ ਕੀਤੀ ਸੀ ਕਿ ਜਿਹੜੇ ਵੀ ਲੋੜਵੰਦ ਲੋਕ ਆਪਣੇ ਇਲਾਕੇ ਤੋਂ ਸਿੰਘ ਸਭਾ ਤੋਂ ਰੈਫਰੈਂਸ ਨਾਲ ਉੱਥੇ ਆਣਗੇ ਉਹਨਾਂ ਨੂੰ 25 ਤੋਂ ਲੈ ਕੇ 50% ਅਕੋਰਡਿੰਗ ਟੂ ਦੇਰ ਜਿਹੜਾ ਟ੍ਰੀਟਮੈਂਟ ਹੋਣਾ ਉਹਦਾ ਬੈਨੀਫਿਟ ਦਿੱਤਾ ਜਾਏਗਾ। ਸੋ ਇਹ ਜਿਹੜੀਆਂ ਫੈਸਿਲਿਟੀਜ਼ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਨੂੰ ਦੇ ਰਹੀ ਹੈ, ਇਹਦੇ ਬਾਰੇ ਅੱਜ ਸੰਗਤ ਨੂੰ ਦੇਣਾ ਜਾਣੂ ਕਰਾਉਣਾ ਬੜਾ ਜ਼ਰੂਰੀ ਸੀ। ਸੋ ਮੈਂ ਅੱਜ ਸੰਗਤਾਂ ਨੂੰ ਵਧਾਈ ਦਿੰਦਾ ਔਰ ਇਸ ਗੱਲ ਦੀ ਵੀ ਵਧਾਈ ਸਮੁੱਚੀ ਟੀਮ ਨੂੰ ਦਿੰਦਾ ਵਾਂ ਕਿ ਦਿਨ ਰਾਤ ਇੱਕ ਕਰਕੇ ਜਿਹੜੀਆਂ ਸੇਵਾਵਾਂ ਕਰ ਰਹੇ ਨੇ, ਲੋਕ ਜਿਹੜੇ ਬਿਮਾਰ ਹੋ ਰਹੇ ਨੇ ਉਹਨਾਂ ਦੀ ਸੇਵਾ ਕਰਨੀ, 400 ਬੈੱਡ ਦਾ ਕੋਵਿਡ ਕੇਅਰ ਸੈਂਟਰ ਸ਼ੁਰੂ ਕਰਨਾ, ਇਹ ਇੱਕ ਬਹੁਤ ਵੱਡੀ ਅਚੀਵਮੈਂਟ ਰਹੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਔਰ ਅਸੀਂ ਆਪਣੀ ਉਸ ਜ਼ਿੰਮੇਵਾਰੀ ਦੇ ਉੱਤੇ ਜਿੱਥੇ ਪਰਪੱਕ ਉਤਰੇ ਆ ਉੱਥੇ ਸੰਗਤਾਂ ਦਾ ਵੀ ਬੜਾ ਵੱਡਾ ਸਹਿਯੋਗ ਰਿਹਾ ਜਿਹਦੇ ਕਰਕੇ ਸਾਰੇ ਕਾਰਜ ਪੂਰੇ ਹੋਏ। ਸੋ ਮੈਂ ਸੰਗਤਾਂ ਨੂੰ ਵਧਾਈ ਦਿੰਦਾ, ਧੰਨਵਾਦ ਕਰਦਾ ਉਹਨਾਂ ਦਾ ਕਿ ਉਹਨਾਂ ਦੇ ਦਿੱਤੇ ਹੋਏ ਦਸਵੰਤ ਤੋਂ, ਉਹਨਾਂ ਦੇ ਦਿੱਤੇ ਹੋਏ ਜਿਹੜੀਆਂ ਸੇਵਾਵਾਂ ਨੇ ਉਹਨਾਂ ਕਰਕੇ ਇਹ ਜਿਹੜੀ ਲੋੜਮੰਦਾਂ ਤੱਕ ਇਹ ਇਲਾਜ ਹੈ ਪੂਰਾ ਉੱਥੇ ਤੱਕ ਪਹੁੰਚ ਸਕਿਆ, ਉਹਨਾਂ ਦੀ ਡਾਇਗਨੋਸਟਿਕ ਪੂਰੇ ਹੋ ਸਕੇ। ਕਿਉਂਕਿ ਇੱਕ ਸਮਾਂ ਸੀ ਕਾਸਟਲੀ ਜਿਹੜੀ MRIs ਹੁੰਦੇ ਨੇ ਤੇ ਕਈ ਲੋਕ ਆਪਣੇ ਇਲਾਜ ਵੀ ਨਹੀਂ ਕਰਾ ਪਾ ਸਕਦੇ ਸੀ। ਅੱਜ ਉਹ ਗੁਰਦੁਆਰਾ ਬੰਗਲਾ ਸਾਹਿਬ ਵੱਲ ਆਉਂਦੇ ਨੇ ਜਿੱਥੇ ਗੁਰੂ ਦੇ ਦਰਸ਼ਨ ਕਰਦੇ ਆ, ਲੰਗਰ ਛਕਦੇ ਆ, ਉੱਥੋਂ ਆਪਣੇ ਡਾਇਗਨੋਸਟਿਕ ਕਰਾ ਕੇ ਨਾਲ ਹੀ ਦਵਾਈਆਂ ਜਿਹੜੀਆਂ ਉਹਨਾਂ ਨੂੰ ਡਾਕਟਰਸ ਰੈਫਰ ਕਰਦੇ ਨੇ ਉਹ ਬਾਲਾ ਪ੍ਰੀਤਮ ਦਵਾਖਾਨੇ ਤੋਂ ਲਿਜਾ ਸਕਦੇ ਨੇ। MRI ਮਸ਼ੀਨ ਦੀ ਕੈਪੈਸਿਟੀ ਹੈ ਕਿ ਉਹਨੇ ਦਿਨ ਦੇ ਵਿੱਚ ਕਿੰਨੀਆਂ ਕੀਤੀਆਂ ਔਰ ਮੈਂ ਤੁਹਾਨੂੰ ਜੋ ਫਿਗਰਸ ਦੱਸੀ ਹੈ ਤਕਰੀਬਨ 1000 ਜਿਹੜੀ ਮਹੀਨੇ ਦੇ ਵਿੱਚ MRI ਔਰ CT ਸਕੈਨ ਹੋ ਰਿਹਾ। ਇਟ ਮੀਨਸ ਰੋਜ਼ ਦੀਆਂ 35 ਤੋਂ 40 ਜਿਹੜੀਆਂ ਹੁੰਦੀਆਂ ਨੇ, ਕਿਉਂਕਿ ਵੀਕਲੀ ਆਫ ਵੀ ਉਹਦੇ 'ਚ ਹੈਗਾ 4 ਦਿਨ ਦਾ। ਤੋ ਜਿੱਥੇ 40-45 ਦੇ ਆਸ-ਪਾਸ ਅਗਰ MRIs ਹੋਣ ਤੇ ਉੱਥੇ ਜਾਇਜ਼ ਗੱਲ ਹੈ। ਔਰ ਜਿੱਥੇ ਇਹਨੇ ਲੋ ਰੇਟ ਦੇ ਉੱਤੇ ਔਰ ਇੱਕ ਪਾਸੋਂ ਫ੍ਰੀ ਵਾਲਾ ਜਿਹੜਾ ਸਿਸਟਮ ਹੈ 50 ਰੁਪਏ ਵਾਲਾ, ਉਹਦੇ ਵਿੱਚ ਫਿਰ ਲਾਈਨਾਂ ਲੱਗਣੀਆਂ ਤੇ ਜਾਇਜ਼ ਨੇ। ਮਗਰ ਮੈਂ ਸਮਝਦਾ ਕਿ ਜਿਹੜਾ ਵੀ ਐਮਰਜੈਂਸੀ ਕੇਸ ਆਉਂਦਾ ਹੈ
ਔਰ ਕਿਸੇ ਇਹੋ ਜਿਹੀ ਗੱਲ ਹੁੰਦੀ ਹੈ ਅਸੀਂ ਉਹਨੂੰ ਬਿਲਕੁਲ ਦੇਖਦੇ ਹਾਂ ਔਰ ਇਹਨੂੰ ਬਿਲਕੁਲ ਕੋਸ਼ਿਸ਼ ਕਰਦੇ ਹਾਂ ਕਿ ਲੋਕਾਂ ਨੂੰ ਇਹਦੀ ਪ੍ਰੋਬਲਮ ਨਾ ਹੋਏ, ਉਹਨੂੰ ਪ੍ਰਾਇੋਰਟੀ ਦੇ ਉੱਤੇ ਕੰਮ ਕੀਤਾ। ਇਹ ਰੂਟੀਨ ਵਰਕ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਔਰ ਜਿਸ ਦਾ ਹੀ 5100 5000 ਤੋਂ ਉੱਤੇ 100 ਉੱਪਰ ਹੋਈ ਹੈ, 5100 MRIs ਹੋਈਆਂ। ਸਾਡੀ ਇਹ ਗੱਲ ਸੰਗਤ ਨੂੰ ਦੱਸਣੀ ਇਸ ਕਰਕੇ ਜ਼ਰੂਰੀ ਹੈ ਕਿ ਇਹ ਜਿਹੜੇ ਕਾਰਜ ਵੀ ਚੱਲ ਰਹੇ, ਜਿੰਨੇ ਵੀ ਕੰਮ ਹੋ ਰਹੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਹੁੰਦੇ ਆ, ਕੋਈ ਸਰਕਾਰੀ ਗ੍ਰਾਂਟ ਨਹੀਂ ਮਿਲਦੀ, ਕੋਈ ਕਿਧਰੋਂ ਹੋਰ ਫੰਡ ਨਹੀਂ ਅਸੀਂ ਸਰਕਾਰੀ ਲੈਵਲ ਲੈਂਦੇ। ਇਹ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੈ। ਔਰ ਸੰਗਤਾਂ ਨੇ ਜਿੱਥੇ MRIs ਦਿੱਤੀਆਂ, ਜਿੱਥੇ CT ਸਕੈਨ ਦਿੱਤੇ, ਜਿੱਥੇ ਡਾਇਲਿਸਿਸ ਦੀਆਂ ਮਸ਼ੀਨਾਂ ਆ ਰਹੀਆਂ, ਤੇ ਲੋਕਾਂ ਨੂੰ ਇਹ ਜਾਣੂ ਕਰਾਉਣਾ ਵੀ ਬੜਾ ਜ਼ਰੂਰੀ ਹੈ। ਸੋ ਇਹਦਾ ਮੈਂ ਸਮਝਦਾ ਕਿ ਇਹਦਾ ਕੋਈ ਇਲੈਕਸ਼ਨ ਦੇ ਨਾਲ ਉਹ ਨਹੀਂ ਹੈ, ਮਗਰ ਇਹ ਗੱਲ ਸਾਨੂੰ ਲੋਕਾਂ ਦੇ ਵਿੱਚ ਦੱਸਣੀ ਬਹੁਤ ਜ਼ਰੂਰੀ ਹੈ ਕਿ ਜੋ ਕੰਮ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਉਸ ਸਮੇਂ ਦੇ ਵਿੱਚ ਕੀਤੇ ਹੈ, ਜਿਸ ਵਕਤ ਲੋਕ ਘਰੋਂ ਬਾਹਰ ਨਿਕਲਦੇ ਹੋਏ ਡਰਦੇ ਸੀ, ਇੱਕ ਲੋਕ ਹਰ ਘਰ ਦੇ ਵਿੱਚ ਮੌਤ ਦਾ ਤਾਂਡਵ ਹੋ ਰਿਹਾ ਸੀ, ਉਸ ਸਮੇਂ ਦੇ ਵਿੱਚ ਇਹ ਕਾਰਜ ਹੋਏ ਨੇ। ਸੋ ਮੈਂ ਇਹ ਸੰਗਤਾਂ ਨੂੰ ਇਸ ਕਰਕੇ ਜਾਣਕਾਰੀ ਦਿੱਤੀ। ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਕਰਦਾ ਕਿ ਤੁਹਾਡੇ ਸਹਿਯੋਗ ਦੇ ਨਾਲ ਇਹ ਮੀਲ ਪੱਤਰ ਹਾਸਿਲ ਹੋਇਆ। ਗੁੰਜਾ ਸਿੱਖ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। 3 ਕਾਲੇ ਬਿੱਲ ਜਿਨ੍ਹਾਂ ਦੇ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਤੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ। ਦੂਜੇ ਪਾਸੇ ਕਿਸਾਨੀ ਸੰਸਦ ਰੋਜ਼ ਹੋ ਰਹੀ ਹੈ ਤੇ ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਲੈ ਕੇ ਪਹੁੰਚ ਰਹੀ ਹੈ। ਜੀ ਹਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨੀ ਸੰਸਦ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਜੋ ਸਮੇਂ ਸੰਸਦ ਦੇ ਬਾਹਰ ਬੈਠ ਕੇ ਕਿਸਾਨੀ ਸੰਸਦ ਚਲਾਉਂਦੇ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਕਿਸਾਨਾਂ ਨੂੰ ਲੰਗਰ ਮੁਹੱਈਆ ਕਰਵਾਇਆ ਗਿਆ। ਗੁਰੂ ਦਾ ਲੰਗਰ ਵੀ ਜਿਹੜਾ ਕਿ ਗੁਰਦੁਆਰਾ ਕਮੇਟੀ ਜਿਹੜੀ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਨਾਂ ਵੱਲੋਂ ਇੱਥੇ ਪਹੁੰਚਿਆ। ਜਗਦੀਪ ਸਿੰਘ ਕਾਲੋ ਇੱਥੇ ਖੁਦ ਸੇਵਾ ਵੀ ਕਰ ਰਹੇ ਨੇ। ਕਾਲੋ ਸਾਹਿਬ, ਆਗੂ ਕਹਿੰਦੇ ਨੇ ਕਿ ਜਿੰਨਾ ਚਿਰ ਇੱਥੇ ਵੀ ਬਹਿਣਾ ਪਿਆ ਸੀ ਬੈਠਾਂਗੇ, 8 ਮਹੀਨੇ ਤੋਂ ਦਿੱਲੀ ਦੀ ਬਰੂਹਾਂ ਤੇ ਬੈਠੇ ਆ, ਤੁਸੀਂ ਲੋਕ ਤਿਆਰ ਹੋ ਸੇਵਾ ਲਈ? ਦੇਖੋ ਜੀ, ਅਸੀਂ 26 ਨਵੰਬਰ ਨੂੰ ਪਹਿਲੇ ਦਿਨ ਹੀ ਇਹ ਪ੍ਰਧਾਨ ਸਾਹਿਬ ਨੇ, ਸਿਰਸਾ ਸਾਹਿਬ ਨੇ ਡਿਕਲੇਅਰ ਕੀਤਾ ਸੀ ਕਿ ਜਿੰਨੇ ਦਿਨ ਇਹ ਅੰਦੋਲਨ ਚੱਲੇਗਾ, ਜਿੰਨੇ ਦਿਨ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਜਾਂ ਦਿੱਲੀ ਦੇ ਵਿੱਚ ਅੰਦੋਲਨ ਕਰਨਗੇ, ਜਦ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਰੰਤਰ ਲੰਗਰ ਦੀ ਸੇਵਾ ਵੀ ਕਰੇਗੀ, ਮੈਡੀਕਲ ਦੀ ਸੇਵਾ ਵੀ ਕਰੇਗੀ, ਕੋਈ ਰਹਿਣ ਬਸੇਰੇ ਦੀ ਜ਼ਰੂਰਤ ਹੋਗੀ ਉਹ ਵੀ ਕਰੇਗੀ, ਹੋਰ ਕੋਈ ਸਾਡੀ ਜ਼ਿੰਮੇਵਾਰੀ ਲੱਗੇਗੀ, ਸੇਵਾ ਲੱਗੇਗੀ, ਅਸੀਂ ਉਹ ਵੀ ਕਰਾਂਗੇ। ਮਾਨਵਤਾ ਦੇ ਭਲੇ ਵਾਸਤੇ ਜਿਹੜਾ ਵੀ ਲੰਗਰ ਲਾਉਂਦਾ ਹੈ ਉਹ ਵੱਡਾ ਕਾਰਜ ਕਰਦਾ ਹੈ। ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਢੰਗ ਨਾਲ ਪਿਛਲੇ ਤਕਰੀਬਨ 8 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ਤੇ ਜਿਹੜੇ ਕਿਸਾਨ ਮੋਰਚੇ ਵਾਲੇ ਬੈਠੇ ਨੇ, ਉਹਨਾਂ ਦੀਆਂ ਸੇਵਾਵਾਂ ਵਾਸਤੇ ਜਿਹੜਾ ਆਪਣਾ ਇਹ ਗੁਰੂ ਕਾ ਲੰਗਰ ਜਾਰੀ ਰੱਖ ਰਹੇ ਨੇ। ਔਰ ਇੱਥੇ ਅੱਜ ਕਿਸਾਨ ਸੰਸਦ ਦੇ ਵਿੱਚ ਵੀ ਇਹਨਾਂ ਨੇ ਇਹ ਗੁਰੂ ਕਾ ਲੰਗਰ ਅਟੁੱਟ ਜਾਰੀ ਰੱਖਿਆ ਹੈ। ਉਹਦੇ ਵਾਸਤੇ ਮੈਂ ਸਮਝਦਾ ਕਿ ਇਹ ਸਾਡੇ ਧੰਨਵਾਦ ਦੀ ਪਾਤਰ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ। ਲੰਗਰ ਦੀ ਜਿਹੜੀ ਮਰਿਆਦਾ ਵਾ ਉਹਨੂੰ ਕਾਇਮ ਰੱਖਦੇ ਹੋਏ ਦਿੱਲੀ ਮੈਨੇਜਮੈਂਟ ਕਮੇਟੀ ਨੇ ਇਹ ਜਿਹੜਾ ਉਪਰਾਲਾ ਕੀਤਾ, ਵਧੀਆ ਪਹਿਲਾਂ ਵੀ ਕਰਦੇ ਆਏ ਹੋ। ਜਦੋਂ ਕੋਈ ਵੀ ਆਣ ਕੇ ਦਿੱਲੀ ਜੰਤਰ ਮੰਤਰ ਦੇ ਵਿੱਚ ਆਪਣਾ ਪ੍ਰੋਟੈਕਸ਼ਨ ਕਰਦਾ, ਕੋਈ ਬੱਚੇ ਆਉਂਦੇ ਜਾਂ ਮੁਸਲਮਾਨ ਆਉਂਦੇ ਜਾਂ ਹਿੰਦੂ ਆਉਂਦੇ, ਸਾਰਿਆਂ ਨੂੰ ਲੰਗਰ ਛਕਾਉਂਦੇ ਆ। ਇਹ ਇੱਕ ਮਰਿਆਦਾ ਚੱਲਣ ਦੀ, ਉਹਨੂੰ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਇਹ ਉਪਰਾਲਾ ਉਹਨਾਂ ਨੇ ਕੀਤਾ। ਬਹੁਤ ਵਧੀਆ ਉਪਰਾਲਾ, ਚੰਗੀ ਗੱਲ ਆ। ਗੁੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇਹ ਨਹੀਂ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।